ਹਾਂਜੀ ਐਮਐਸਸੀ ਤਾਂ ਲਾਸਟ ਵੀਡੀਓ ਦੇ ਵਿੱਚ ਅਸੀਂ ਪ੍ਰੋਜੈਕਸ਼ਨ ਦੇ ਵਿੱਚ ਪਰਸਪੈਕਟਿਵ ਪ੍ਰੋਜੈਕਸ਼ਨ ਕੀਤਾ ਸੀ। ਹੁਣ ਨੈਕਸਟ ਟਾਈਪ ਆਉਂਦੀ ਹੈ ਪੈਰਲਲ ਪ੍ਰੋਜੈਕਸ਼ਨ। ਪੈਰਲਲ ਪ੍ਰੋਜੈਕਸ਼ਨ ਦੇ ਅੱਗੇ ਆਪਾਂ ਦੋ ਟਾਈਪਸ ਕਰਾਂਗੇ ਪੁੱਤ, ਆਰਥੋ ਤੋਂ ਓਬਲੀਗ। ਉਹਨਾਂ ਦਾ ਫਰਦਰ ਅੱਗੇ ਟਾਈਪਸ ਹੋਣਗੀਆਂ, ਠੀਕ ਹੈ। ਆਪਾਂ ਮੇਨ ਇਹਨਾਂ ਦੇ ਟਾਈਪਸ 'ਤੇ ਹੀ ਫੋਕਸ ਕਰਨਾ। ਤਾਂ ਪੈਰਲਲ ਪ੍ਰੋਜੈਕਸ਼ਨ ਕੀ ਹੈ? ਪਰਸਪੈਕਟਿਵ ਪ੍ਰੋਜੈਕਸ਼ਨ ਦੇ ਵਿੱਚ ਅਸੀਂ ਕੀ ਚੀਜ਼ ਦੇਖੀ ਸੀਗੀ ਕਿ ਸਪੋਜ਼ ਕਰੋ ਅਸੀਂ ਕੋਈ ਇੱਕ ਸਾਡੇ ਕੋਲ 3D ਆਬਜੈਕਟ ਹੈ, ਠੀਕ ਹੈ। ਉਸ 3D ਆਬਜੈਕਟ ਨੂੰ ਅਸੀਂ ਜਦੋਂ ਕਿਸੇ ਵਿਊ ਪਲੇਨ ਦੇ ਉੱਪਰ ਬਣਾਉਣੇ ਆ ਤਾਂ ਅਸੀਂ ਇੱਕ ਪੁਆਇੰਟ ਤੋਂ, ਜਿਹਨੂੰ ਕਿਸੇ ਸੈਂਟਰ ਆਫ ਪ੍ਰੋਜੈਕਸ਼ਨ ਕਹਿਣੇ ਆ, ਠੀਕ ਹੈ, ਉਹਦੀਆਂ ਸਾਰੀਆਂ ਲਾਈਨਸ ਉਸ ਵੱਲ ਨੂੰ ਆਉਂਦੀਆਂ ਹੋਊਗਾ, ਇੱਕ ਜਗ੍ਹਾ 'ਤੇ ਮੀਟ ਕਰਦੀਆਂ ਰਹਿੰਦੀਆਂ, ਠੀਕ ਹੈ। ਅਤੇ ਇਨ ਬਿਟਵੀਨ ਤੁਹਾਡੀ ਇੱਥੇ ਜਿਹੜੀ ਹੈਗੀ ਆ ਉਹ ਇਮੇਜ ਡਰੋ ਹੋਈ ਜਾਊਗੀ। ਹੁਣ ਇਹਦੇ ਵਿੱਚ ਕੀ ਸੀਗਾ ਪਰਸਪੈਕਟਿਵ ਦੇ ਵਿੱਚ ਕਿ ਇਹ ਰੀਅਲਿਸਟਿਕ ਹੈ, ਬਟ ਜਿਹੜੀ ਸਾਡੀ ਸ਼ੇਪ ਹੈ, ਠੀਕ ਹੈ, ਉਨੀ ਪ੍ਰੀਜ਼ਰਵ ਕਰਕੇ ਨਹੀਂ ਰੱਖ ਸਕਦੀ ਸੀਗੀ। ਪੈਰਲਲ ਪ੍ਰੋਜੈਕਸ਼ਨ ਕੀ ਹੈ ਕਿ ਇਹਦੇ ਵਿੱਚ ਜਿਹੜਾ ਤੁਹਾਡਾ ਸੈਂਟਰ ਆਫ ਪ੍ਰੋਜੈਕਸ਼ਨ ਆ ਉਹ ਇੱਕ ਫਿਕਸ ਡਿਸਟੈਂਸ 'ਤੇ ਨਹੀਂ ਹੋਊਗਾ, ਉਹ ਇਨਫਾਈਨਾਈਟ ਹੈ। ਇਨਫਾਈਨਾਈਟ ਮਤਲਬ ਇਹ ਨਹੀਂ ਹੈ ਕਿ ਸਾਰੀਆਂ ਪ੍ਰੋਜੈਕਸ਼ਨ ਲਾਈਨਸ ਇੱਕ ਜਗ੍ਹਾ 'ਤੇ ਆ ਕੇ ਮੀਟ ਹੋਣ। ਇਸ ਦੇ ਵਿੱਚ ਇਹ ਨਹੀਂ ਹੋਊਗਾ। ਇਸ ਦੇ ਵਿੱਚ ਜਿਹੜੀਆਂ ਵੀ ਤੁਹਾਡੀਆਂ ਲਾਈਨਸ ਨੇ, ਸਪੋਜ਼ ਕਰੋ ਮੇਰਾ ਕਿ ਆਬਜੈਕਟ ਆ, ਤਾਂ ਇਹਦੀਆਂ ਜਿਹੜੀਆਂ ਲਾਈਨਸ ਨੇ ਉਹ ਪੈਰਲਲ ਹੀ ਜਾਣਗੀਆਂ ਤੁਹਾਡੇ ਪ੍ਰੋਜੈਕਸ਼ਨ ਪਲੇਨ ਵੱਲ ਨੂੰ। ਤਾਂ ਇਸ ਕਰਕੇ ਪੈਰਲਲ ਪ੍ਰੋਜੈਕਸ਼ਨ ਦੇ ਵਿੱਚ COP ਇਨਫਾਈਨਾਈਟ ਡਿਸਟੈਂਸ 'ਤੇ ਹੁੰਦਾ ਗਾ, ਫਾਈਨਾਈਟ ਡਿਸਟੈਂਸ 'ਤੇ ਨਹੀਂ ਹੁੰਦਾ। ਜਿੰਨੀਆਂ ਤੁਹਾਡੀਆਂ ਉਹ ਲਾਈਨਸ ਨੇ ਜਿਹਨੂੰ ਅਸੀਂ ਪ੍ਰੋਜੈਕਟਰਸ ਕਹਿੰਦੇ ਆ ਉਹ ਪੈਰਲਲ ਹੀ ਹੋਣਗੀਆਂ। ਕਲੀਅਰ? ਤਾਂ ਪਰਸਪੈਕਟਿਵ ਦੇ ਵਿੱਚੋਂ ਸਾਡਾ ਫਿਕਸ ਡਿਸਟੈਂਸ 'ਤੇ ਹੁੰਦਾ ਸੀ COP, ਬਟ ਇਸ ਦੇ ਵਿੱਚੋਂ ਫਿਕਸ ਡਿਸਟੈਂਸ 'ਤੇ ਨਹੀਂ ਹੈਗਾ ਗਾ। ਪੈਰਲਲ ਪ੍ਰੋਜੈਕਸ਼ਨ ਦੇ ਵਿੱਚ ਜਿਹੜੇ ਤੁਹਾਡੇ ਪ੍ਰਪੋਰਸ਼ਨਸ ਨੇ ਆਬਜੈਕਟ ਦੇ, ਓਬਵੀਅਸ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਂਦਾ ਹੈਗਾ, ਬਟ ਇਹ ਰੀਅਲਿਸਟਿਕ ਨਹੀਂ ਹੁੰਦਾ। ਮਤਲਬ ਇੰਨੀ ਜ਼ਿਆਦਾ ਜਿਹੜੀ ਹੈਗੀ ਆ ਰੀਅਲਿਸਟਿਕ ਇਮੇਜ ਦਿਖਾਉਣ ਦੇ ਕੈਪੇਬਲ ਨਹੀਂ ਹੈ, ਬਟ ਐਕੂਰੇਟ ਵਿਊਜ਼ ਦਿਖਾਉਣ ਦੇ ਕੈਪੇਬਲ ਹੈਗਾ। ਇਸੇ ਕਰਕੇ ਇਹਨੂੰ ਡਰਾਫਟਿੰਗ ਦੇ ਲਈ ਮੇਨ ਯੂਜ਼ ਕੀਤਾ ਜਾਂਦਾ ਹੈਗਾ। ਜਿੱਥੇ ਕਿਸੇ ਚੀਜ਼ ਦਾ ਬਲੂ ਪ੍ਰਿੰਟ ਬਣਾਉਣਾ, ਕੋਈ ਡਰਾਫਟਿੰਗ ਕਰਨੀ ਹੈ, ਉੱਥੇ ਪੈਰਲਲ ਪ੍ਰੋਜੈਕਸ਼ਨਸ ਨੂੰ ਯੂਜ਼ ਕੀਤਾ ਜਾਊਗਾ। ਮੈਂ ਮੇਨ ਲਾਈਨਸ ਅੰਡਰਲਾਈਨ ਵੀ ਕੀਤੇ ਹੋਊਗਾ, ਤੁਹਾਨੂੰ ਈਜ਼ੀ ਹੋ ਜਾਊ ਬੁੱਕ ਤੋਂ ਯਾਦ ਕਰਨਾ। ਤਾਂ ਹੁਣ ਇਸ ਦੇ ਵਿੱਚ ਜਿਹੜੀ ਹੈਗੀ ਹੈ, ਜਦੋਂ ਅਸੀਂ ਪੈਰਲਲ ਪ੍ਰੋਜੈਕਸ਼ਨ ਦੇ ਵਿੱਚ ਕਿਸੇ ਪੁਆਇੰਟ ਨੂੰ ਬਣਾ ਕੇ ਦਿਖਾ ਰਹੇ ਹਾਂ ਤਾਂ ਆਹ ਸਾਡਾ ਵਿਊ ਪਲੇਨ ਹੋ ਗਿਆ, ਠੀਕ ਹੈ। ਆਹ ਸਾਡਾ ਕੋਈ ਪੁਆਇੰਟ ਹੈ, ਇਹ ਲਾਈਨ ਹੈ, ਠੀਕ ਹੈ, P ਤੇ P2। ਉਸ ਲਾਈਨ ਨੂੰ ਹੀ ਅਸੀਂ ਸਪੋਜ਼ ਕਰੋ ਇੱਥੇ ਪ੍ਰੋਜੈਕਟ ਕਰਕੇ ਦਿਖਾਇਆ ਵਿਊ ਪਲੇਨ 'ਤੇ। ਤਾਂ ਇਹ 3D ਆਬਜੈਕਟ ਤੋਂ ਜਿਹੜੀ ਤੁਹਾਡੀਆਂ ਲਾਈਨਸ ਇੱਧਰ ਨੂੰ ਪ੍ਰੋਜੈਕਟਰਸ ਜਾ ਰਹੇ ਨੇ ਉਹ ਪੈਰਲਲ ਹੀ ਜਾਣਗੀਆਂ। ਇੱਥੇ ਕੋਈ COP ਨਹੀਂ ਹੈਗਾ ਕਿ ਇਹ ਲਾਈਨਸ ਇੱਥੇ ਆ ਕੇ ਮੀਟ ਕਰਨਗੀਆਂ, ਨਹੀਂ। ਉਹ ਇਨਫਾਈਨਾਈਟ ਡਿਸਟੈਂਸ 'ਤੇ ਅਸੀਂ ਮੰਨ ਰਹੇ ਹਾਂ, ਤਾਂ ਹੀ ਕਰਕੇ ਇਹ ਲਾਈਨਸ ਪੈਰਲਲ ਹੀ ਤੁਹਾਡੇ ਵਿਊ ਪਲੇਨ ਵੱਲ ਨੂੰ ਜਾਂਦੀਆਂ। ਇਸ ਦੇ ਵਿੱਚ ਜੋ ਚੀਜ਼ਾਂ ਮੈਟਰ ਕਰਨਗੀਆਂ, ਤੁਹਾਡਾ ਵਿਊ ਰੈਫਰੈਂਸ ਪੁਆਇੰਟ, ਤੁਹਾਡੀ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ, ਇੱਥੇ COP ਦੀ ਜਗ੍ਹਾ DOP ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਮੈਟਰ ਕਰੂਗਾ, ਠੀਕ ਹੈ। ਅਤੇ ਇਹਦੇ ਵਿੱਚ ਵੀ ਉਹ ਤਿੰਨ ਤੁਹਾਡੇ ਜਿਹੜੇ ਮੇਨ ਮੈਟਰ ਕਰ ਰਹੀਆਂ ਨੇ ਚੀਜ਼ਾਂ। ਪਹਿਲਾਂ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ, ਕਿ ਤੁਹਾਡੀ ਕਿਸ ਡਾਇਰੈਕਸ਼ਨਸ ਵੱਲ ਨੂੰ ਜਿਹੜੇ ਪ੍ਰੋਜੈਕਟਰਸ ਨੇ, ਮਤਲਬ ਉਹ ਲਾਈਨਸ ਨੂੰ ਕਿਸ ਡਾਇਰੈਕਸ਼ਨ ਵੱਲ ਨੂੰ ਜਾ ਰਹੀਆਂ ਉਹ ਲਾਈਨਸ ਸਾਰੀਆਂ, ਠੀਕ ਹੈ। ਦੈਨ ਤੁਹਾਡਾ ਵਿਊ ਪਲੇਨ ਅਤੇ ਤੁਹਾਡੇ ਆਬਜੈਕਟ ਦੀ ਲੋਕੇਸ਼ਨ, ਇਹ ਤਿੰਨੇ ਚੀਜ਼ਾਂ ਮੈਟਰ ਕਰਨੀਆਂ ਜੇ ਤੁਸੀਂ ਪ੍ਰੋਜੈਕਸ਼ਨ ਪੈਰਲਲ ਕਰ ਰਹੇ ਹੋ। ਇਸ ਦੇ ਵਿੱਚ ਵੀ ਅਸੀਂ ਟਰਾਂਸਫੋਰਮੇਸ਼ਨ ਦੇਖਦੇ ਹਾਂ। ਟਰਾਂਸਫੋਰਮੇਸ਼ਨ ਦਾ ਟੌਪਿਕ ਚਾਹੋ ਤਾਂ ਸਕਿਪ ਕਰ ਸਕਦੇ ਹੋ ਪੇਪਰਲੀ, ਬਟ ਜਸਟ ਇੱਕ ਵਾਰ ਮੈਂ ਦਿਖਾ ਦਿੰਦੀ ਹਾਂ ਕਿ ਜਿਹੜੀ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਹੈ ਉਹਨੂੰ ਅਸੀਂ ਕਿਵੇਂ ਵੈਕਟਰ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, XP YP ਅਤੇ ZP ਦੇ ਨਾਲ। ਹੁਣ ਸਪੋਜ਼ ਕਰੋ ਤੁਹਾਡਾ ਇੱਕ ਪੁਆਇੰਟ ਆ ਐਕਚੁਅਲ ਦੇ ਵਿੱਚ, ਕੋਈ ਪੁਆਇੰਟ P1 ਜਿਹਨੂੰ ਕਿ ਅਸੀਂ ਬਣਾ ਕੇ ਦਿਖਾਉਣਾ ਵਿਊ ਪਲੇਨ ਦੇ ਉੱਪਰ P2 ਨੂੰ, ਠੀਕ ਹੈ। ਤਾਂ ਉਹਦੇ ਲਈ ਜਿਹੜੀ ਅਸੀਂ ਇੱਕ ਪੈਰਾਮੀਟਰਿਕ ਇਕੁਏਸ਼ਨ ਯੂਜ਼ ਕਰਦੇ ਹਾਂ, ਤਾਂ ਉਹ ਤੁਹਾਡੀ ਪੈਰਾਮੀਟਰਿਕ ਇਕੁਏਸ਼ਨ ਇਹ ਵਾਲੀ ਇੱਥੇ ਯੂਜ਼ ਹੋਊਗੀ। ਤਾਂ ਉੱਦਾਂ ਹੀ Z ਨੂੰ 0 ਮੰਨਦੇ ਹੋਏ ਤੁਸੀਂ ਇੱਥੇ U ਦੀ ਜਿਹੜੀ ਆ ਵੈਲਿਊ ਉਹ ਕੈਲਕੂਲੇਟ ਕਰ ਲਓਗੇ, ਅਤੇ ਉਹੀਓ ਵੈਲਿਊ ਨੂੰ XY ਦੇ ਵਿੱਚ ਪੁੱਟ ਕਰਕੇ ਤੁਸੀਂ X2 Y2 ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਫਾਈਂਡ ਆਊਟ ਕਰ ਸਕਦੇ ਹੋ। ਤਾਂ ਇਹ ਰਹਿ ਗਈ ਇਸ ਦੀ ਮੈਟ੍ਰਿਕਸ, ਚਾਹੋ ਤਾਂ ਲਿਖੋ, ਅਦਰਵਾਈਜ਼ ਤੁਸੀਂ ਇਸ ਨੂੰ ਸਕਿਪ ਕਰ ਦਿਓ। ਹੁਣ ਅੱਗੇ ਗੱਲ ਕਰੀਏ ਐਪਲੀਕੇਸ਼ਨਸ। ਤਾਂ ਪੈਰਲਲ ਪ੍ਰੋਜੈਕਸ਼ਨ ਦੇ ਵਿੱਚ ਇੱਕ ਹੀ ਚੀਜ਼ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਹਨੂੰ ਬਲੂ ਪ੍ਰਿੰਟ ਜਾਂ ਡਰਾਫਟਿੰਗ ਲਈ ਮੇਨ ਯੂਜ਼ ਕੀਤਾ ਜਾਂਦਾ ਇੰਜੀਨੀਅਰਸ ਦੁਆਰਾ, ਕਿਉਂਕਿ ਇਹ ਸਕੇਲ ਨੂੰ ਪ੍ਰੀਜ਼ਰਵ ਕਰਕੇ ਰੱਖਦੀ ਹੈ, ਪ੍ਰਪੋਰਸ਼ਨਸ ਨੂੰ ਪ੍ਰੀਜ਼ਰਵ ਕਰਕੇ ਰੱਖਦੀ ਹੈ, ਬਟ ਰੀਅਲਿਸਟਿਕ ਨਹੀਂ ਦਿਖਾ ਸਕਦੀ ਚੀਜ਼ਾਂ ਨੂੰ। ਹੁਣ ਇਸ ਦੇ ਵਿੱਚ ਵੀ ਕੀ ਹੈ, ਜਿਵੇਂ ਆਰਥੋਗ੍ਰਾਫਿਕ ਪ੍ਰੋਜੈਕਸ਼ਨ ਦੇ ਅੱਗੇ ਆਪਾਂ ਟਾਈਪ ਕਰਾਂਗੇ, ਉਹਨੂੰ ਕੋਈ ਫਰੰਟ ਵਿਊ ਦਿਖਾਉਣਾ, ਅਸੀਂ ਕਿਸੇ ਚੀਜ਼ ਦਾ ਸਾਈਡ ਵਿਊ ਦਿਖਾਉਣਾ, ਠੀਕ ਹੈ, ਟੌਪ ਵਿਊ, ਰੀਅਰ ਵਿਊ, ਇਹਨਾਂ 'ਚ ਵਿਊਜ਼ ਨੂੰ ਦਿਖਾਉਣ ਦੇ ਲਈ ਅਸੀਂ ਇਹਨਾਂ ਨੂੰ ਯੂਜ਼ ਕੀਤਾ ਜਾਂਦਾ। ਤਾਂ ਐਪਲੀਕੇਸ਼ਨਸ ਤੋਂ ਬਾਅਦ ਡਾਇਰੈਕਟ ਆਪਾਂ ਟਾਈਪਸ ਦੇ ਉੱਪਰ ਹੀ ਆਉਂਦੇ ਹਾਂ ਕਿ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਪੈਰਲਲ ਪ੍ਰੋਜੈਕਸ਼ਨਸ, ਆਰਥੋਗ੍ਰਾਫਿਕ ਅਤੇ ਓਬਲੀਗ। ਦੋਨਾਂ 'ਚ ਮੇਨ ਜਿਹੜਾ ਡਿਫਰੈਂਸ ਹੈ ਬੇਟਾ, ਆ ਡਾਇਗਰਾਮ ਕਲੀਅਰ ਕਰਦਾ। ਆਰਥੋਗ੍ਰਾਫਿਕ ਉਦੋਂ ਹੈ ਜਦੋਂ ਜਿਹੜੀ ਤੁਹਾਡੀ ਵਿਊ ਪਲੇਨ ਤੋਂ, ਇਹ ਗੱਲ ਧਿਆਨ ਨਾਲ ਸੁਣੋ, ਜਦੋਂ ਤੁਹਾਡੀ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਪਰਪੈਂਡੀਕੂਲਰ ਮਤਲਬ 90 ਦਾ ਐਂਗਲ ਬਣਾਉਗੀ ਵਿਊ ਪਲੇਨ 'ਤੇ। ਹੁਣ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਤੁਹਾਨੂੰ ਪਤਾ, ਜਿਹੜੀ ਡਾਇਰੈਕਸ਼ਨ ਵੱਲ ਅਸੀਂ ਜਾ ਰਹੇ ਹਾਂ,
ਜੇ ਉਹ ਬਲੂ ਪਲੇਨ 'ਤੇ ਬਿਲਕੁਲ 90 ਦਾ ਐਂਗਲ ਬਣਾਵੇ ਤਾਂ ਉਹ ਆਰਥੋਗ੍ਰਾਫਿਕ ਹੋਊਗੀ, ਬਟ ਜੇ ਉਹ 90 ਦਾ ਐਂਗਲ ਨਹੀਂ ਬਣਾ ਰਹੀਆਂ ਤੁਹਾਡੀਆਂ ਲਾਈਨਸ ਤਾਂ ਉਹ ਓਬਲੀਕ ਹੋਣਗੀਆਂ। ਮੈਂ ਇੱਕ ਵਾਰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਸਪੋਜ਼ ਕਰੋ ਇਹ ਮੇਰਾ ਕੋਈ 3D ਆਬਜੈਕਟ ਹੈ ਪੁੱਤ, ਆਹ ਮੇਰਾ ਵਿਊ ਪਲੇਨ ਹੈ, ਠੀਕ ਹੈ। ਹੁਣ ਦੇਖੋ ਜੇ ਮੇਰੀਆਂ ਲਾਈਨਸ ਵੀ ਇਹਦੇ ਤੋਂ ਜਿਹੜੀਆਂ ਲਾਈਨਸ ਜਾ ਰਹੀਆਂ ਬਿਲਕੁਲ ਪੈਰਲਲ ਜਾਣ, 90 ਦਾ ਐਂਗਲ ਬਣਾਉਣ, ਠੀਕ ਹੈ, ਤਾਂ ਉਹ ਆਰਥੋ ਆ। ਬਟ ਜੇ ਐਂ ਕੋਈ ਥੋੜ੍ਹਾ ਟੇਢੀਆਂ ਮੇਢੀਆਂ ਜਾ ਕੇ ਕੋਈ ਵਿਊ ਬਣਾਉਂਦੀਆਂ ਤਾਂ ਫਿਰ ਉਹ ਕੀ ਹੋਣਾ ਸੀ, ਓਬਲੀਕ, ਕਿਉਂਕਿ ਉਦੋਂ 90 ਦਾ ਐਂਗਲ ਨਹੀਂ ਸੀ ਬਣ ਰਿਹਾ। ਤਾਂ ਮੇਨ ਡਿਫਰੈਂਸ ਆਰਥੋਗ੍ਰਾਫਿਕ ਪ੍ਰੋਜੈਕਸ਼ਨਸ ਉਹ ਜਦੋਂ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਪਰਪੈਂਡੀਕੂਲਰ ਹੋਊਗੀ ਤੁਹਾਡੀ ਵਿਊ ਪਲੇਨ 'ਤੇ, ਇਸ ਕਰਕੇ ਇਹ ਟਰੂ ਸਾਈਜ਼ ਵੀ ਤੁਹਾਨੂੰ ਦਿਖਾਊਗੀ, ਸ਼ੇਪ ਵੀ ਦਿਖਾਊਗੀ, ਠੀਕ ਹੈ। ਅਤੇ ਜਿਹੜਾ ਤੁਹਾਡਾ ਓਕੇ ਸੈਂਟਰ ਆਫ ਪ੍ਰੋਜੈਕਸ਼ਨ ਤਾਂ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਕਿ ਇਹਦੇ ਵਿੱਚ ਇਨਫਾਈਨਾਈਟ 'ਤੇ ਹੁੰਦਾ, ਉਹ ਹੁੰਦਾ ਹੀ ਨਹੀਂ ਗਾ, ਠੀਕ ਹੈ। ਲਾਈਨਸ ਤੁਹਾਡੀਆਂ ਪੈਰਲਲ ਹੋਣਗੀਆਂ ਅਤੇ ਪੈਰਲਲ ਵੀ ਕਿਸੇ, ਹੁਣ ਦੇਖੋ ਅਸੀਂ ਕਿਹਾ ਕਿ ਪਲੇਨਸ ਦੇ ਅਕੋਰਡਿੰਗ ਪੈਰਲਲ ਹੋਣ, ਬਟ ਕਿਹੜੇ ਦੋ ਪਲੇਨਸ ਦੇ ਅਕੋਰਡਿੰਗ ਹੀ ਪੈਰਲਲ ਹੋਣਗੀਆਂ ਨਾ, ਐਕਸ ਵਾਈ ਦੇ, ਵਾਈ ਜ਼ੈਡ ਦੇ ਜਾਂ ਐਕਸ ਜ਼ੈਡ ਦੇ। ਤਿੰਨਾਂ ਦੇ ਵਿੱਚੋਂ ਕਿਸੇ ਵੀ ਤੁਹਾਡੇ ਇੱਕ ਪਲੇਨ ਦੇ ਉੱਪਰ ਉਹ ਲਾਈਨਸ ਪੈਰਲਲ ਹੋਣਗੀਆਂ। ਕਲੀਅਰ ਹੈ। ਹੁਣ ਆਰਥੋਗ੍ਰਾਫਿਕ ਪ੍ਰੋਜੈਕਸ਼ਨ ਦੀ ਤਿੰਨ ਤਰ੍ਹਾਂ ਦੇ ਇਹਨਾਂ ਨੇ ਦਿਖਾਈਆਂ ਨੇ। ਇੱਕ ਤਰ੍ਹਾਂ ਮੈਂ ਡਾਇਗਰਾਮ ਸ਼ੋ ਕਰਾਂ, ਇਹ ਡਾਇਗਰਾਮ ਦੇਖੋ ਬੇਟਾ, ਜਿਹੜੀ ਚੀਜ਼ ਮੈਂ ਬੋਲਣਾ ਚਾਹ ਰਹੀ ਹਾਂ। ਹੁਣ ਸਪੋਜ਼ ਕਰੋ ਆਹ ਤੁਹਾਡਾ 3D ਆਬਜੈਕਟ ਆ ਕੋਈ, ਆਹ ਤੁਹਾਡਾ ਵਿਊ ਪਲੇਨ ਆ। ਵਿਊ ਪਲੇਨ ਦੇ ਉੱਪਰ ਅਸੀਂ ਆਹ ਚੀਜ਼ ਦਾ ਵਿਊ ਦਿਖਾ ਰਹੇ ਹਾਂ। ਹੁਣ ਫਰੰਟ ਵਿਊ ਕਹਿ ਲਓ, ਸਾਈਡ ਵਿਊ ਕਹਿ ਲਓ, ਟੌਪ ਵਿਊ ਕਹਿ ਲਓ, ਹੈ ਨਾ। ਹੁਣ ਇਹਦੇ ਦੇਖੋ ਇੱਕ ਵਿਊ ਦਿਖੂਗਾ ਨਾ ਸਾਨੂੰ, ਕਿਉਂਕਿ ਜੇ ਲਾਈਨਾਂ ਪੈਰਲਲ ਨੇ ਦੈਟ ਮੀਨਸ ਉਹ ਸਿਰਫ ਇੱਕ ਸਾਈਡ ਹੀ ਦਿਖਾ ਸਕਦੇ, ਉੱਪਰ ਅੱਛਾ ਲਾਈਨਸ ਬਣਾ ਵੀ 90 ਦਾ ਐਂਗਲ ਰਹੀਆਂ ਸਾਡੀਆਂ, ਠੀਕ ਹੈ। ਤਾਂ ਕਰਕੇ ਤਾਂ ਇੱਥੇ ਕੀ ਹੈ ਦੇਖੋ, ਐਕਸ ਵਾਈ ਪਲੇਨ ਨਾਲ ਜੇ ਅਸੀਂ ਕਹੀਏ ਕਿ ਐਕਸ ਵਾਈ ਪਲੇਨ ਦੇ ਉੱਪਰ ਅਸੀਂ ਇਸ ਨੂੰ ਦਿਖਾ ਰਹੇ ਹਾਂ, ਐਕਸ ਹੋ ਗਿਆ, ਵਾਈ ਹੋ ਗਿਆ, ਅਤੇ ਆਹ ਜਿਹੜੀ ਸਾਡੀ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਹੈ ਨਾ, ਇਹ ਕਿਸੇ ਇੱਕ ਐਕਸਿਸ 'ਤੇ ਜਾਊਗੀ, ਜਿਵੇਂ ਜ਼ੈਡ ਦੇ ਉੱਪਰ ਜਾ ਰਹੀ ਹੈ, ਠੀਕ ਹੈ। ਧਿਆਨ ਨਾਲ ਦੇਖੋ, ਇਹ ਬਿਲਕੁਲ ਸਹੀ ਜਾ ਰਹੀ ਨਾ, ਜ਼ੈਡ ਦੇ ਅਕੋਰਡਿੰਗ ਹੀ ਇਹ ਲਾਈਨਸ ਜਿਹੜੀਆਂ ਤੁਹਾਡੀਆਂ ਜਾ ਰਹੀਆਂ ਨੇ, ਅਤੇ ਫੋਟੋ ਦਿਖਾ ਰਹੀ ਹੈ ਐਕਸ ਵਾਈ ਪਲੇਨ 'ਤੇ। ਇੱਦਾਂ ਹੀ ਉਹ ਵਾਈ ਜ਼ੈਡ 'ਤੇ ਹੋ ਸਕਦਾ ਜਾਂ ਜ਼ੈਡ ਵਾਈ 'ਤੇ ਕਿਸੇ 'ਤੇ ਵੀ ਹੋ ਸਕਦਾ, ਠੀਕ ਹੈ। ਤਾਂ ਇਹਦੇ ਲਈ ਹੁਣ ਕੀ ਹੈ ਕਿ ਜੇਕਰ ਅਸੀਂ ਜਿਹੜੇ ਤੁਹਾਡੀ ਪ੍ਰੋਜੈਕਸ਼ਨਸ ਨੇ, ਅਸੀਂ ਕਿਸੇ ਵੀ ਕੋਆਰਡੀਨੇਟ ਪਲੇਨ ਦੇ ਅਕੋਰਡਿੰਗ ਚੈੱਕ ਕरें, ਐਕਸ ਇਕਲਸ ਟੂ 0, ਵਾਈ ਇਕਲਸ ਟੂ 0 ਜਾਂ ਜ਼ੈਡ ਇਕਲਸ ਟੂ 0, ਕਿਸੇ ਇੱਕ ਦੇ ਅਕੋਰਡਿੰਗ ਅਸੀਂ ਮੰਨ ਕੇ ਚੱਲ ਰਹੇ ਹਾਂ, ਤਾਂ ਅਸੀਂ ਉਸ ਨੂੰ ਕਰਾਂਗੇ 0। ਬਾਕੀ ਤੁਹਾਡੀ ਮੈਟ੍ਰਿਕਸ ਐਜ਼ ਇਟ ਇਜ਼ ਹੀ ਰਹੂਗੀ, ਜਿਵੇਂ ਕਿ ਇੱਥੇ ਤੁਹਾਨੂੰ ਦਿਖਾਇਆ ਹੋਇਆ ਮੈਟ੍ਰਿਕਸ ਦੇ ਵਿੱਚ। ਕਿ ਜੇ ਅਸੀਂ ਆਰਥੋਗ੍ਰਾਫਿਕ ਪ੍ਰੋਜੈਕਸ਼ਨ ਦੇ ਵਿੱਚ ਜਿਹੜੇ ਕੋਆਰਡੀਨੇਟ ਪਲੇਨ ਸਾਡੇ ਐਕਸ ਇਕਲਸ ਟੂ 0 ਚੱਕ ਰਹੇ ਹੈਗੇ, ਤਾਂ ਆਹ ਵਾਲੀ ਮੈਟ੍ਰਿਕਸ ਬਣ ਜੂ, ਕੱਲਾ ਐਕਸ ਸਾਰੇ 0 ਕਰ ਦਿਓ, ਬਾਕੀ ਨਾਰਮਲ ਮੈਟ੍ਰਿਕਸ ਹੈ। ਜੇ ਵਾਈ 0 ਕਰ ਰਹੇ ਹਾਂ ਤਾਂ ਵਾਈ ਇਕੱਲੀ 0 ਕਰੋ, ਬਾਕੀ ਨਾਰਮਲ ਹੈ। ਅਤੇ ਜੇ ਜ਼ੈਡ ਇਕੁਅਲ ਟੂ 0 ਕਰ ਰਹੇ ਹਾਂ ਤਾਂ ਆਹ ਵਾਲੀ ਮੈਟ੍ਰਿਕਸ, ਜਿੱਥੇ ਇਕੱਲਾ ਜ਼ੈਡ ਤੁਹਾਡਾ 0 ਆ। ਆਹ ਮੈਟ੍ਰਿਕਸ ਈਜ਼ੀ ਨੇ ਪੇਪਰ 'ਚ, ਤਾਂ ਤੁਸੀਂ ਇਹਨੂੰ ਕਵਰ ਵੀ ਕਰ ਸਕਦੇ ਹੋ। ਹੁਣ ਆਰਥੋਗ੍ਰਾਫਿਕ ਪ੍ਰੋਜੈਕਸ਼ਨ ਵੀ ਅੱਗੇ ਦੋ ਤਰ੍ਹਾਂ ਦੀਆਂ ਨੇ। ਦੋ ਤਰ੍ਹਾਂ ਦੀਆਂ ਕਿਹੜੀਆਂ? ਹੁਣ ਇਹ ਚੀਜ਼ ਧਿਆਨ ਨਾਲ ਸਮਝੋ। ਦੇਖੋ ਪਹਿਲਾਂ ਤਾਂ ਆਪਾਂ ਸਿਰਫ ਕੀਤਾ ਸੀ ਆਰਥੋ, ਕਿ ਜਿਹੜਾ 90 ਦਾ ਐਂਗਲ ਬਣਾਉਣਾ ਤੁਹਾਡੇ ਵਿਊ ਪਲੇਨ ਦੇ ਨਾਲ। ਹੁਣ ਅੱਗੇ ਵੀ ਕਿਹੜਾ ਇਹਦੇ 'ਚ ਮਲਟੀ ਵਿਊ ਜਿਹੜੀ ਆਰਥੋਗ੍ਰਾਫਿਕ ਆਉਂਦੀ ਹੈ, 90 ਦਾ ਐਂਗਲ ਤਾਂ ਨੋ ਡਾਊਟ ਉਹ ਬਣਾ ਰਹੀ ਹੈ, ਲਾਈਨਸ ਪੈਰਲਲ ਵੀ ਹੈ, ਬਟ ਕਿਸੇ ਤੁਹਾਡੀ ਇੱਕ ਪ੍ਰਿੰਸੀਪਲ ਐਕਸਿਸ ਦੇ ਉਹ ਪੈਰਲਲ ਜਾਊਗੀ। ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸੀ ਹੋਈ ਹੈ। ਜਿਹੜੀ ਆਪਾਂ ਉੱਪਰ ਕਹਿ ਰਹੇ ਸੀ ਨਾ ਕਿ ਜ਼ੈਡ ਦੇ ਬਿਲਕੁਲ ਪੈਰਲਲ ਜਾ ਰਹੀ ਹੈ, ਅਤੇ ਤੁਹਾਡੀ ਕੋਈ ਕਿਸੇ ਇੱਕ ਐਕਸਿਸ ਦੇ, ਐਕਸ ਦੇ, ਵਾਈ ਦੇ ਜਾਂ ਜ਼ੈਡ ਦੇ ਕਿਸੇ ਇੱਕ ਦੇ ਪੈਰਲਲ ਜਾਊਗੀ, ਉਹ ਜ਼ੈਡ ਦੇ ਪੈਰਲਲ ਜਾ ਰਹੀ ਹੈ। ਅਤੇ ਐਕਸ ਵਾਈ ਪਲੇਨ ਦੇ ਉੱਪਰ ਸਾਨੂੰ ਫੋਟੋ ਬਣਾ ਕੇ ਉਸ ਚੀਜ਼ ਦਾ ਫਰੰਟ, ਟੌਪ ਜਾਂ ਰੀਅਰ ਕੋਈ ਵੀ ਇੱਕ ਸਾਨੂੰ ਵਿਊ ਜਿਹੜਾ ਹੈ ਉਹ ਦਿਖਾ ਰਹੀ ਹੈ, ਤਾਂ ਉਹਨੂੰ ਅਸੀਂ ਮਲਟੀ ਵਿਊ ਆਰਥੋਗ੍ਰਾਫਿਕ ਹੀ ਬੋਲਦੇ ਹਾਂ। ਉਹ ਕੈਪੇਬਲ ਆ ਤੁਹਾਨੂੰ ਫਰੰਟ, ਟੌਪ, ਰੀਅਰ, ਸਾਈਡ ਵਿਊਜ਼ ਦਿਖਾਉਣ ਦੇ ਲਈ, ਇਸ ਕਰਕੇ ਉਹਨੂੰ ਮਲਟੀ ਵਿਊ ਪ੍ਰੋਜੈਕਸ਼ਨ ਬੋਲਿਆ ਜਾਂਦਾ ਗਾ। ਜਿਵੇਂ ਕਿ ਇੱਥੇ ਤੁਹਾਨੂੰ ਦਿਖਾਇਆ ਕਿ ਸਪੋਜ਼ ਕਰੋ ਆਹ ਕੋਈ 3D ਆਬਜੈਕਟ ਹੈ ਬੇਟਾ, ਠੀਕ ਹੈ। ਇਹਦਾ ਦੇਖੋ ਜੇ ਅਸੀਂ ਟੌਪ ਵਿਊ ਦੇਖਦੇ ਤਾਂ ਉਹਨੇ ਸਾਨੂੰ ਇੱਦਾਂ ਕੁਛ ਟੌਪ ਵਿਊ ਦਿਖਾਇਆ, ਹੈ ਨਾ। ਜੇ ਅਸੀਂ ਫਰੰਟ ਵਿਊ ਦੇਖ ਰਹੇ ਤਾਂ ਸਾਨੂੰ ਸਿਰਫ ਇੰਨਾ ਕੁ ਫਰੰਟ ਵਿਊ ਦਿਖਾਓ, ਕਿਉਂਕਿ ਲਾਈਨ ਬਿਲਕੁਲ ਪੈਰਲਲ। ਅੱਛਾ ਹੁਣ ਇੱਕ ਚੀਜ਼ ਦੇਖੋ, ਉਹ ਸਾਰਾ ਕੁਛ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਮੇਜ ਉਵੇਂ ਨਹੀਂ ਦਿਖਾ ਪਾਊਂਗੀ ਬੇਟਾ, ਕਿਉਂਕਿ ਹੱਥ ਨਾਲ ਡਰਾਇੰਗ 'ਚ ਉਹ ਚੀਜ਼ ਨਹੀਂ ਬਣਦੀ। ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ। ਜੇ ਇੱਕ ਸਪੋਜ਼ ਕਰੋ ਆਹ ਮੇਰਾ ਇੱਕ ਟਿਫਨ ਹੀ ਮੰਨ ਕੇ ਚੱਲੀਏ ਅਸੀਂ ਕਿ ਆਹ ਮੇਰਾ ਇੱਕ ਲੰਚ ਬਾਕਸ ਹੈ, ਠੀਕ ਹੈ। ਇਹ ਐਕਚੁਅਲ 'ਚ ਐਵੇਂ ਹੈ 3D। ਹੁਣ ਜੇ ਲਾਈਨਸ ਪੈਰਲਲ ਜਾਣਗੀਆਂ ਪੁੱਤ, ਪੈਰਲਲ ਹੀ ਮੈਂ ਚੱਕੂਗੀ ਤਾਂ ਮੈਨੂੰ ਕੋਈ ਇੱਕ ਸਾਈਡ ਹੀ ਦਿਖੂ ਨਾ ਦੀ ਇੱਕ ਟਾਈਮ 'ਤੇ, ਠੀਕ ਹੈ। ਕਿਉਂਕਿ 90 ਦਾ ਐਂਗਲ ਬਣਾ ਰਹੇ, ਦੈਟ ਮੀਨਸ ਲਾਈਨ ਬਿਲਕੁਲ ਸਿੱਧੀਆਂ ਜਾਣਗੀਆਂ। ਤਾਂ ਮੈਨੂੰ ਜੇ ਟੌਪ ਵਿਊ ਦੇਖੋ ਤਾਂ ਮੈਨੂੰ ਸਿਰਫ ਟਿਫਨ ਇੰਨਾ ਹੀ ਦਿਖੂ। ਜੇ ਮੈਂ ਸਾਈਡ ਵਿਊ ਦੇਖੂ ਤਾਂ ਮੈਨੂੰ ਟਿਫਨ ਦੀ ਸਿਰਫ ਇੰਨੀ ਹੀ ਦਿਖੂ। ਫਰੰਟ ਵਿਊ ਦੇਖੂਗਾ ਤਾਂ ਸਪੋਜ਼ ਕਰੋ ਸਿਰਫ ਇੰਨੀ ਕੀ ਦਿਖੂ,
ਠੀਕ ਹੈ। ਇਹ ਇੱਕ ਇੱਕ ਵਿਊ ਸਾਨੂੰ ਦਿਖਾਊਗਾ। ਬਟ ਜੇ ਇਹੀ ਲਾਈਨਸ ਥੋੜ੍ਹੀ ਜਿਹੀ ਮੈਂ 90 ਦੇ ਐਂਗਲ ਤੋਂ ਟੇਢਾ ਕਰ ਦਿੰਦੀ ਤਾਂ ਸ਼ਾਇਦ ਕੁਛ ਮੈਨੂੰ ਐਵੇਂ ਕੁਛ ਤਾਂ ਉੱਪਰਲਾ ਟੌਪ ਦਿਖਦਾ, ਕੁਛ ਥੋੜ੍ਹਾ ਜਿਹਾ ਫਰੰਟ ਦਿਖੇ, ਕੁਛ ਥੋੜ੍ਹਾ ਸਾਈਡ ਵੀ ਦਿਖ ਜਾਂਦਾ। ਕਿਉਂਕਿ ਹੁਣ ਲਾਈਨਸ ਮੈਂ ਪੈਰਲਲ ਚੱਕੀਆਂ ਹੋਊਗਾ ਤਾਂ ਉਹ ਸਿਰਫ ਇੱਕ ਸਾਈਡ ਦਿਖਾਉਣ ਦੇ ਕੈਪੇਬਲ ਹੀ ਹੈਗਾ। ਤਾਂ ਉਹ ਜਿਵੇਂ ਕਿ ਆਹ ਤੁਹਾਨੂੰ ਦਿਖਾਈ ਹੋਈ ਹੈ ਕਿ ਉਹ ਤੁਹਾਡੇ ਹੀ ਕਿਸੇ 3D ਆਬਜੈਕਟ ਦਾ ਟੌਪ ਵਿਊ, ਫਰੰਟ ਵਿਊ, ਸਾਈਡ ਵਿਊ ਤੁਹਾਨੂੰ ਇੱਦਾਂ ਕਰਕੇ ਦਿਖਾਊਗਾ। 3D ਆਬਜੈਕਟ ਨਹੀਂ ਨਾ ਸਾਨੂੰ ਇੱਥੇ ਲੱਗਣਾ, ਬਟ ਸਿਰਫ ਵਿਊਜ਼ ਇੱਦਾਂ ਦਿਖਾ ਦੂਗਾ, ਟੌਪ ਤੋਂ, ਸਾਈਡ ਤੋਂ, ਫਰੰਟ ਤੋਂ, ਇਹਨਾਂ ਦੇ ਸਾਰੇ ਵਿਊਜ਼। ਨੈਕਸਟ, ਜੇ ਜਿਹੜੇ ਤੁਹਾਡੀ ਫਰੰਟ, ਰਾਈਟ ਅਤੇ ਟੌਪ ਵਿਊ ਉਦੋਂ ਸਾਨੂੰ ਦਿਖਦੇ ਆ ਜਦੋਂ ਤੁਹਾਡੀ ZX Y = 0 ਹੁੰਦੀਆਂ ਨੇ, ਅਤੇ ਜਿਹੜੀਆਂ ਤੁਹਾਡੇ ਸੈਂਟਰ ਆਫ ਪ੍ਰੋਜੈਕਸ਼ਨ ਆ ਉਹ ਇਨਫਿਨਿਟੀ 'ਤੇ ਹੈ ਅਤੇ ਕਿਹੜੇ ਐਕਸਿਸ 'ਤੇ ਹੈਗਾ, ਪੋਜ਼ੀਟਿਵ 'ਤੇ। ਬੇਸ਼ੱਕ ਉਹ Z ਪੋਜ਼ੀਟਿਵ, X ਪੋਜ਼ੀਟਿਵ ਅਤੇ Y ਪੋਜ਼ੀਟਿਵ 'ਤੇ। ਅਤੇ ਜੇ ਨੈਗੇਟਿਵ ਦੇ ਵਿੱਚ ਉਹਨੂੰ ਅਸੀਂ ਜਾ ਰਹੇ ਹਾਂ ਫਿਰ ਸਾਨੂੰ ਰੀਅਰ, ਲੈਫਟ ਅਤੇ ਬੋਟਮ ਵਿਊ ਦਿਖਾ ਸਕਦਾ ਗਾ। ਕਲੀਅਰ ਹੈ ਜੀ। ਦੈਨ ਨੈਕਸਟ, ਹੁਣ ਓਬੀਅਸ ਹੈ ਕਿ ਸਾਰੇ ਫੇਸਿਸ ਤਾਂ ਬਹੁਤ ਰੇਅਰ ਹੈ, ਵੈਸੇ ਸਾਰੇ ਫੇਸਿਸ ਨਹੀਂ ਦੇਖਣੇ ਹੁੰਦੇ, ਮੇਨ ਅਸੀਂ 3 ਦੇ ਵਿੱਚ ਹੀ ਇੰਟਰਸਟਡ ਹੁੰਦੇ ਹਾਂ, ਜਿਵੇਂ ਟੌਪ ਹੋ ਗਿਆ, ਫਰੰਟ ਹੋ ਗਿਆ, ਸਾਈਡ ਵਿਊ ਹੋ ਗਿਆ। ਠੀਕ ਹੈ, ਤਾਂ ਇਹ 3 ਵਿਊਜ਼ ਦੇਖਣ ਦੇ ਹੀ ਅਸੀਂ ਜ਼ਿਆਦਾਤਰ ਇੰਟਰਸਟਡ ਹੁੰਦੇ ਹੈਗੇ। ਹੁਣ ਨੈਕਸਟ ਜਿਹੜੀ ਆਉਂਦੀ ਹੈਗੀ, ਅੱਗੇ ਅਸੀਂ ਗੱਲ ਕਰੀਏ, ਤੁਸੀਂ ਇਸ ਤਰੀਕੇ ਨਾਲ ਜਿਹੜੇ ਇਹਨਾਂ ਦੇ ਵਿਊਜ਼ ਦਿਖਾਉਣੇ ਹੋ। ਇਸ ਤੋਂ ਅੱਗੇ ਇਹਦੇ ਵਿੱਚ ਆਉਂਦੀ ਹੈ ਪੁੱਤਰ ਐਗਜ਼ੋਨੋਮੈਟ੍ਰਿਕ ਆਰਥੋਗ੍ਰਾਫਿਕ ਪ੍ਰੋਜੈਕਸ਼ਨ। ਦੇ ਵਿੱਚ ਕੀ ਹੁੰਦਾ, ਜਦੋਂ ਜਿਹੜੀ ਤੁਹਾਡੀ ਲਾਈਨਸ ਨੇ ਉਹ 90 ਦਾ ਐਂਗਲ ਨਹੀਂ ਬਣਾ ਰਹੇ ਪ੍ਰੋਜੈਕਟਰਸ। ਹੁਣ ਜੇ ਆਪਾਂ ਦੇਖੀਏ ਕਿ ਤੁਹਾਡੇ ਇਹ ਕਿਸੇ ਇੱਕ ਐਕਸਿਸ 'ਤੇ ਆ ਕੇ 90 ਦਾ ਪਰਪੈਂਡੀਕੂਲਰ ਬਣ ਰਿਹਾ, ਨਹੀਂ, ਆਪਾਂ ਥੋੜ੍ਹਾ ਜਿਹਾ ਲਾਈਨ ਤਿਰਛੀ ਕਰਕੇ ਜਾ ਰਹੀ ਹੈ ਨਾ, ਤਾਂ ਉਦੋਂ ਤੁਹਾਨੂੰ ਉਸ ਨੂੰ ਐਗਜ਼ੋਨੋਮੈਟ੍ਰਿਕ ਆਰਥੋਗ੍ਰਾਫਿਕ ਪ੍ਰੋਜੈਕਸ਼ਨ ਕਹਿਣੀ ਆ। ਜਦੋਂ ਜਿਹੜੀ ਤੁਹਾਡੀ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਹੈਗੀ ਉਹ ਪੈਰਲਲ ਨਹੀਂ ਹੋਊਗੀ ਤੁਹਾਡੇ ਕਿਸੇ ਇੱਕ ਪ੍ਰਿੰਸੀਪਲ ਐਕਸਿਸ 'ਤੇ। ਵਾਪਸ ਆਪਾਂ ਪਿਛਲਾ ਡਾਇਗਰਾਮ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਿੱਥੋਂ ਤੁਹਾਨੂੰ ਮੈਂ ਕਿਹਾ ਸੀ ਆਹ ਚੀਜ਼। ਠੀਕ ਹੈ, ਕਿ ਦੇਖੋ ਲਾਈਨਸ ਨੋ ਡਾਊਟ ਸਾਰੀਆਂ ਹੀ ਪੈਰਲਲ ਜਾ ਰਹੀਆਂ, ਬਟ ਜਿਹੜੀ ਤੁਹਾਡੀ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਉਹ Z ਦੇ ਬਿਲਕੁਲ ਪੈਰਲਲ ਜਾ ਰਹੀ ਹੈ। ਬਟ ਜੇ ਮੈਂ ਐਸੀ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਨੂੰ ਇੱਦਾਂ ਨਾ ਰੱਖ ਕੇ, ਠੀਕ ਹੈ, ਐਸੀ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਨੂੰ ਮੈਂ ਕੁਛ ਇੱਦਾਂ ਰੱਖਿਆ ਹੁੰਦਾ, ਲਾਈਨਸ ਤਾਂ ਮੇਰੇ ਕੋਲ ਹੁਣ ਵੀ ਪੈਰਲਲ ਹੀ ਜਾਂਦੀਆਂ, ਬਟ ਕਿਸੇ ਇੱਕ ਪ੍ਰਿੰਸੀਪਲ, ਨਾ ਤਾਂ ਇਹ X ਐਕਸਿਸ ਦੇ ਪੈਰਲਲ ਆ, ਨਾ ਇਹ Y ਐਕਸਿਸ ਦੇ ਪੈਰਲਲ ਆ, ਨਾ ਇਹ Z ਐਕਸਿਸ ਦੇ ਪੈਰਲਲ ਆ, ਤਾਂ ਉਦੋਂ ਕੀ ਹੈ, ਉਦੋਂ ਆਪਾਂ ਨੂੰ ਐਗਜ਼ੋਨੋਮੈਟ੍ਰਿਕ ਪ੍ਰੋਜੈਕਸ਼ਨ ਦੇ ਵਿੱਚ ਕਵਰ ਕਰਦੇ ਹੈਗੇ। ਓਕੇ, ਐਗਜ਼ੋਨੋਮੈਟ੍ਰਿਕ ਦੇ ਡਾਇਰੈਕਟ ਤੁਸੀਂ ਟਾਈਪਸ ਹੀ ਕਰ ਲਿਓ, ਜ਼ਿਆਦਾ ਕਰਨ ਦੀ ਲੋੜ ਨਹੀਂ ਗੀ ਇਹਦੇ ਵਿੱਚ, ਕਿਉਂਕਿ ਐਗਜ਼ੋਨੋਮੈਟ੍ਰਿਕ ਦੇ ਵਿੱਚ 3 ਟਾਈਪਸ ਨੇ, ਆਈਸੋਮੈਟ੍ਰਿਕ, ਡਾਇਆਮੈਟ੍ਰਿਕ ਅਤੇ ਟਰਾਈਮੈਟ੍ਰਿਕ, ਜਿਸ ਦੇ ਵਿੱਚ ਜੇ ਤਾਂ ਤੁਹਾਡੇ ਜਿਹੜੇ ਐਂਗਲਸ ਨੇ ਇੱਕੋ ਜਿਹੇ ਐਂਗਲ ਬਣ ਤਿੰਨੋਂ ਪ੍ਰਿੰਸੀਪਲ ਐਕਸਿਸ 'ਤੇ, ਡਾਇਰੈਕਸ਼ਨ ਆਫ ਜਿਹੜੇ DOP ਤੁਹਾਡੇ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਇੱਕੋ ਜਿਹੇ ਐਂਗਲ ਬਣਾਵੇ ਤਿੰਨਾਂ ਐਕਸਿਸ 'ਤੇ, ਤਾਂ ਤੋਂ ਆਈਸੋਮੈਟ੍ਰਿਕ ਹੈ। ਜੇ ਕਿਸੇ ਦੋ ਪ੍ਰਿੰਸੀਪਲ, ਡਾਇਗਰਾਮ ਗਲਤ ਹੈ ਬੇਟਾ, ਕੋਈ 2 ਐਂਗਲ ਇੱਕੋ ਜਿਹੀ ਹੋਣੀ ਚਾਹੀਦੀ ਸੀ। ਜੇ ਉਹ ਕਿਸੇ 2 ਮਤਲਬ ਤੁਹਾਡੇ ਐਕਸਿਸ 'ਤੇ XYZ ਤਿੰਨਾਂ 'ਚੋਂ ਕਿਸੇ 2 ਦੇ ਉੱਪਰ ਬਣਾਉਂਦਾ ਇੱਕੋ ਜਿਹੇ ਐਂਗਲ ਤਾਂ ਡਾਇਮੈਟ੍ਰਿਕ ਹੈ। ਜੇ ਤਿੰਨਾਂ 'ਚੋਂ ਕਿਸੇ ਨਾਲ ਵੀ ਨਹੀਂ ਬਣਾਉਂਦਾ ਤਾਂ ਉਹ ਟਰਾਈਮੈਟ੍ਰਿਕ ਹੈਗਾ ਗਾ। ਜਿਵੇਂ ਇਹ 'ਚ ਤਿੰਨੇ ਐਂਗਲ ਤੁਹਾਡੇ ਅਲੱਗ-ਅਲੱਗ ਬਣ ਰਹੇ ਆ, ਤੁਹਾਡੇ ਤਿੰਨੋਂ ਹੀ ਪ੍ਰਿੰਸੀਪਲ ਐਕਸਿਸ ਦੇ ਉੱਪਰ ਜੇ ਉਹ ਇੱਕੋ ਜਿਹੇ ਐਂਗਲ ਬਣਾਊਗਾ ਤਾਂ ਆਈਸੋ ਆ, ਦੋਵਾਂ ਨਾਲ ਬਣਾਊਗਾ ਤਾਂ ਡਾਇਆ, ਨਹੀਂ ਤੇ ਕਿਸੇ ਨਾਲ ਵੀ ਨਹੀਂ ਬਣਾਉਂਦਾ ਤਾਂ ਟਰਾਈਮੈਟ੍ਰਿਕ ਹੈ। ਇਸ ਤੋਂ ਅੱਗੇ ਤੁਹਾਨੂੰ ਇਹਦੇ ਬਾਰੇ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ, ਇਹਦੇ ਤੁਸੀਂ ਆ ਸਾਰੇ ਟੌਪਿਕ ਸਕਿੱਪ ਕਰ ਸਕਦੇ ਹੋ। ਡਾਇਰੈਕਟ ਪਹੁੰਚੋਗੇ ਓਬਲੀਕ ਪ੍ਰੋਜੈਕਸ਼ਨ 'ਤੇ, ਤਾਂ ਓਬਲੀਕ ਪ੍ਰੋਜੈਕਸ਼ਨ ਵੀ ਪੈਰਲਲ ਪ੍ਰੋਜੈਕਸ਼ਨ ਦੀ ਹੀ ਟਾਈਪ ਆ। ਅਸੀਂ ਪਹਿਲਾਂ ਵੀ ਕੀਤਾ ਸੀ, ਇਹਦੇ ਵਿੱਚ ਜਿਹੜੀ ਡਾਇਰੈਕਸ਼ਨ ਆ ਪ੍ਰੋਜੈਕਸ਼ਨ ਉਹ ਪਰਪੈਂਡੀਕੂਲਰ ਨਹੀਂ ਹੁੰਦੀ ਵਿਊ ਪਲੇਨ ਦੀ। ਮੀਨਜ਼ ਆਹ ਤੁਹਾਡਾ ਵਿਊ ਪਲੇਨ ਹੈ, ਇੱਕ ਆਹ ਬਿਲਕੁਲ ਸਟ੍ਰੇਟ ਮੰਨ ਲਓ ਆਪਣਾ ਵਿਊ ਪਲੇਨ ਹੈ, ਇੱਥੇ ਕੋਈ 3D ਆਬਜੈਕਟ ਹੈ, ਠੀਕ ਹੈ, ਤਾਂ ਹੁਣ ਜਿਹੜੀ ਮੇਰੀ ਡਾਇਰੈਕਸ਼ਨ ਜਾਊਗੀ ਉਹ ਤੁਹਾਡੇ ਵਿਊ ਪਲੇਨ ਦੇ ਪਰਪੈਂਡੀਕੂਲਰ ਨਹੀਂ ਜਾਂਦੀ। ਸਪੋਜ਼ ਹੁਣ ਇਹ ਲਾਈਨ ਗੰਗਾ ਇਹ 90 ਦਾ ਐਂਗਲ ਨਹੀਂ ਨਾ ਬਣਾ ਰਹੀਆਂ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਓਬਲੀਗ ਪ੍ਰੋਜੈਕਸ਼ਨ, ਯਾਨੀ ਕਿ ਜਦੋਂ ਨੋਟ ਇਕੁਅਲ ਟੂ 90 ਡਿਗਰੀ ਆ, 90 ਤੋਂ ਘੱਟ ਆ, ਵੱਧ ਆ, ਬਟ 90 ਨਹੀਂ ਹੈ। ਤਾਂ ਇਹਦੇ ਵਿੱਚ ਹੁਣ ਕੀ ਹੈਗਾ, ਇਹ ਜਿਹੜੀ ਤੁਹਾਡੇ ਕੰਮ ਕੀਤਾ ਜਾਂਦਾ ਇਹਦੇ ਵਿੱਚ ਅਸਲ 'ਚ ਕਰਦੇ ਕੀ ਹੈ, ਸਾਨੂੰ ਨਾ ਜਿਹੜੀਆਂ ਲਾਈਨਸ ਨੇ ਇਹਨੂੰ ਥੋੜ੍ਹਾ ਜਿਹਾ ਫੋਰ ਸ਼ਾਰਟਨ ਕਰਨਾ ਪੈਂਦਾ ਗਾ। ਉਹ ਫੋਰ ਸ਼ਾਰਟ ਕਰਨ ਦੇ ਲਈ, ਠੀਕ ਹੈ, ਤਾਂ ਕਰਨਾ ਪੈਂਦਾ। ਆ ਤੁਸੀਂ ਪੈਰਾ ਜ਼ਰੂਰ ਰੀਡ ਕਰ ਲਿਓ ਬੇਟਾ। ਪ੍ਰੋਜੈਕਸ਼ਨ ਪਲੇਨ ਇਜ਼
ਨੋਰਮਲ ਟੂ ਦਾ ਪ੍ਰਿੰਸੀਪਲ ਐਕਸਿਸ। ਹੁਣ ਪਰਪੈਂਡੀਕੂਲਰ ਤਾਂ ਨਹੀਂ ਹੈਗਾ ਗਾ ਤੁਹਾਡਾ ਪ੍ਰੋਜੈਕਸ਼ਨ ਪਲੇਨ, ਨੋਰਮਲ ਕ੍ਰੀਏਟ ਕਰੂਗਾ, ਠੀਕ ਹੈ। ਤਾਂ ਇਸ ਕਰਕੇ ਜਿਹੜੀਆਂ ਡਾਇਮੈਂਸ਼ਨਸ ਨੇ ਅਤੇ ਜਿਹੜੇ ਐਂਗਲਸ ਨੇ ਕਿਸੇ ਓਬਜੈਕਟ ਦੇ, ਉਹ ਚੇਂਜ ਨਾ ਹੋਣ, ਇਸ ਕਰਕੇ ਸਾਨੂੰ ਉਹਨੂੰ ਥੋੜ੍ਹਾ ਬਹੁਤ ਕਿਸੇ ਇੱਕ ਫੈਕਟਰ ਮਤਲਬ ਇੱਕ ਕਿਸੇ ਵੈਲਿਊ ਦੇ ਅਕੋਰਡਿੰਗ ਅਸੀਂ ਉਹਨੂੰ ਥੋੜ੍ਹਾ ਬਹੁਤ ਛੋਟਾ ਕਰਦੇ ਹਾਂ, ਫੋਰਸ਼ੋਰਟਨਿੰਗ ਕਰਦੇ ਹਾਂ। ਉਹ ਫੋਰਸ਼ੋਰਟਨਿੰਗ ਅਸੀਂ ਕਿੰਨੀ ਕਰਦੇ ਹਾਂ ਉਸੇ ਅਕੋਰਡਿੰਗ ਅੱਗੇ ਇਹਦੀਆਂ ਦੋ ਟਾਈਪਸ ਬਣਦੇ ਆ, ਕੈਵੀਲੀਅਰ ਅਤੇ ਕੈਬੀਨਟ। ਅਤੇ ਇਹਦੀ ਵੀ ਸਿੰਪਲ ਜਿਹੀ ਇੱਕ ਡੈਫੀਨੇਸ਼ਨ ਦਿੰਦੀ ਹਾਂ ਤੁਹਾਨੂੰ ਮੈਂ। ਜੇ ਤਾਂ 45 ਡਿਗਰੀ ਦਾ ਐਂਗਲ ਬਣਾਵੇ, ਸਪੋਜ਼ ਕਰੋ ਇੱਥੇ ਮੈਂ ਇੱਕ ਕੋਈ 3D ਆਬਜੈਕਟ ਦਿਖਾਵਾਂ, ਠੀਕ ਹੈ। ਆ ਮੈਂ ਇੱਕ ਐਂਗਲ ਆ ਆਬਜੈਕਟ ਬਣਾ ਕੇ ਦਿਖਾ ਰਹੀ ਹਾਂ। ਹੁਣ ਇਹ ਜਿਹੜਾ ਮੇਰਾ ਆਬਜੈਕਟ ਹੈ ਪੁੱਤ, ਦੇਖੋ ਜੇ ਆਹ ਵਾਲਾ ਐਂਗਲ 45 ਡਿਗਰੀ ਦਾ ਬਣ ਰਿਹਾ ਤਾਂ ਉਹ ਕੈਵੀਲੀਅਰ ਦੀ ਟਾਈਪ ਦੇ ਵਿੱਚ ਹੈਗਾ। ਅਤੇ ਜੇ ਜਿਹੜਾ ਤੁਹਾਡਾ ਐਂਗਲ ਹੈਗਾ 63.43 ਸਮਥਿੰਗ ਕਾਟ ਦੀ ਵੈਲਿਊ ਬਣ ਰਹੀ ਹੈਗੀ, ਤਾਂ ਉਹ ਤੁਹਾਡਾ ਕੈਵੀਲੀਅਰ ਪ੍ਰੋਜੈਕਟਰ ਹੋਊਗਾ। ਇਹਦੀ ਤੁਸੀਂ ਵੈਲਿਊ ਕੱਢ ਕੇ ਦੇਖ ਲਓ ਕਿੰਨਾ ਐਂਗਲ ਬਣਦਾ, ਮੇਰੇ ਧਿਆਨ ਦੇ ਵਿੱਚ ਨਹੀਂ ਹੈਗੀ ਇਹ ਚੀਜ਼। ਤਾਂ ਜੇ ਡਾਇਰੈਕਸ਼ਨ ਆਫ ਪ੍ਰੋਜੈਕਸ਼ਨ ਜਿਹੜੀ ਤੁਹਾਡੀ ਹੈਗੀ ਉਹਦੀ ਫੋਰਸ਼ੋਰਟਨਿੰਗ ਕੀਤੀ ਜਾਊਗੀ, ਠੀਕ ਹੈ। ਅਤੇ ਜੇ ਉਹ ਐਂਗਲ 45 ਡਿਗਰੀ ਦਾ ਬਣਾ ਰਹੀ ਹੈਗੀ, ਅਤੇ ਫੋਰਸ਼ੋਰਟਨਿੰਗ ਸਾਰੇ ਹੀ ਐਕਸਿਸ ਦੇ ਲਈ, ਸਾਰੇ ਜਿੰਨੇ ਤੁਹਾਡੀਆਂ XYZ ਤਿੰਨਾਂ ਦੇ ਲਈ ਇੱਕੋ ਜਿਹੀ ਕੀਤੀ ਜਾਂਦੀ ਹੈਗੀ ਫੋਰਸ਼ੋਰਟਨਿੰਗ, ਤਾਂ ਉਹ ਕੈਵੀਲੀਅਰ ਦੇ ਵਿੱਚ ਆਉਂਦੀ ਹੈਗੀ। ਜੇਕਰ ਜਿਹੜੀ ਇਹਦੇ ਵਿੱਚ ਕੈਬੀਨੇਟ ਦੇ ਵਿੱਚ ਹੈ, ਇੱਕ ਤਾਂ ਜਿਹੜੀ ਫੋਰਸ਼ੋਰਟਨਿੰਗ ਫੈਕਟਰ ਹੈ ਉਹ ਡਾਇਰੈਕਟ ਬਾਈ ਹਾਫ ਕਰ ਦਿੰਦੇ ਹੈਗੇ, ਅਤੇ ਉਹਦਾ ਜਿਹੜਾ ਐਂਗਲ ਹੈ ਉਹ ਤੁਹਾਡਾ ਇੰਨਾ ਐਂਗਲ ਰਹੂਗਾ, ਤਾਂ ਉਹ ਕੈਬੀਨੇਟ ਪ੍ਰੋਜੈਕਸ਼ਨ ਦੀ ਟਾਈਪ ਦੇ ਵਿੱਚ ਕਵਰ ਹੋਊਗਾ। ਤਾਂ ਇਹ ਸੀ ਸਾਡਾ ਟੌਪਿਕ ਪੈਰਲਲ ਪ੍ਰੋਜੈਕਸ਼ਨ।